ਹੁਣ ਆਪਾਂ ਅੱਗੇ इस लैसन के शॉर्ट क्वेश्चन आंसर रीड करांगे। देखो फर्स्ट क्वेश्चन है आर्थिक क्रिया की है, एक उदाहरण दिओ। देखो आर्थिक क्रिया की होंदी है। आर्थिक क्रिया बारे आपां पहलां भी विस्तार नाल पढ़ चुके हाँ कि देखो हर मनुख सीमित साधनां नाल अपणियां असीमित लोड़ां नूं पूरीआं करन लई कुछ क्रियावां करदा है। मतलब कि हरेक मनुख अपने सीमित साधनां नाल अपणियां ਜਿਹੜੀਆਂ ਸੀਮਿਤ ਲੋੜਾਂ ਉਹਨੂੰ ਪੂਰੀਆਂ ਕਰਨ ਲਈ ਕੁਛ ਨਾ ਕੁਝ ਕਿਰਿਆਵਾਂ ਕਰਦਾ ਹੈ। ਇਹਨਾਂ ਨੂੰ ਆਰਥਿਕ ਕਿਰਿਆਵਾਂ ਕਿਹਾ ਜਾਂਦਾ ਹੈ। ਇਹ ਕਿਰਿਆਵਾਂ ਧਨ ਕਮਾਉਣ ਦੇ ਉਦੇਸ਼ ਨਾਲ ਕੀਤੀਆਂ ਜਾਂਦੀਆਂ ਹਨ। ਮਤਲਬ ਕਿ ਜਿੰਨੀਆਂ ਵੀ ਕਿਰਿਆਵਾਂ ਵਾ ਇਹ ਧਨ ਕਮਾਉਣ ਦੇ ਉਦੇਸ਼ ਨਾਲ ਕੀਤੀਆਂ ਜਾਂਦੀਆਂ ਹਨ। ਇਹਨਾਂ ਦਾ ਮੁੱਖ ਉਦੇਸ਼ ਧਨ ਕਮਾਉਣਾ ਹੁੰਦਾ ਹੈ। ਮਤਲਬ ਕਿ ਜਿਹੜੀਆਂ ਕਿਰਿਆ ਦਾ ਉਦੇਸ਼ ਧਨ ਕਮਾਉਣਾ ਨਹੀਂ ਹੁੰਦਾ ਉਹ ਆਰਥਿਕ ਕਿਰਿਆਵਾਂ ਨਹੀਂ ਮੰਨੀਆਂ ਜਾਣਗੀਆਂ। ਮਤਲਬ ਕਿ ਜਿਹੜੀਆਂ ਕਿਰਿਆਵਾਂ ਧਨ ਕਮਾਉਣ ਦੇ ਉਦੇਸ਼ ਨਾਲ ਕੀਤੀਆਂ ਜਾਣ ਉਸ ਨੂੰ ਆਪਾਂ ਕੀ ਕਹਿੰਦੇ ਹਾਂ, ਆਰਥਿਕ ਕਿਰਿਆਵਾਂ। ਉਦਾਹਰਨ ਦੇ ਤੌਰ 'ਤੇ ਇੱਕ ਅਧਿਆਪਕ ਦੁਆਰਾ ਸਕੂਲ ਵਿੱਚ ਪੜ੍ਹਾਉਣਾ। ਦੇਖੋ ਇੱਕ ਅਧਿਆਪਕ ਜੇ ਸਕੂਲ ਵਿੱਚ ਪੜ੍ਹਾਉਂਦਾ ਹੈ ਉਸ ਦਾ ਉਦੇਸ਼ ਪੜ੍ਹਾਉਣ ਦੇ ਨਾਲ ਨਾਲ ਧਨ ਕਮਾਉਣਾ ਵੀ ਹੁੰਦਾ ਹੈ। ਮਤਲਬ ਕਿ ਉਹ ਆਪਣੀ ਨਾਲ ਨਾਲ ਆਰਥਿਕ ਕਿਰਿਆ ਵੀ ਕਰ ਰਿਹਾ। ਮਤਲਬ ਕਿ ਪੜ੍ਹਾਉਣ ਦੇ ਨਾਲ ਨਾਲ ਉਸ ਦਾ ਮੁੱਖ ਉਦੇਸ਼ ਧਨ ਕਮਾਉਣਾ ਵੀ ਹੈ। ਮਤਲਬ ਕਿ ਇਸ ਤਰ੍ਹਾਂ ਆਰਥਿਕ ਕਿਰਿਆ ਕੀ ਹੁੰਦੀ ਹੈ ਕਿ ਉਹ ਕਿਰਿਆਵਾਂ ਜਿਹੜੀਆਂ ਆਪਣੀਆਂ ਸੀਮਿਤ ਲੋੜਾਂ ਨੂੰ ਪੂਰਤੀ ਕਰਨ ਲਈ ਕੀਤੀਆਂ ਜਾਂਦੀਆਂ ਹਨ ਅਤੇ ਇਸ ਦਾ ਮੁੱਖ ਉਦੇਸ਼ ਧਨ ਕਮਾਉਣਾ ਹੁੰਦਾ ਹੈ। ਉਸਨੂੰ ਆਪਾਂ ਆਰਥਿਕ ਕਿਰਿਆਵਾਂ ਕਹਿੰਦੇ ਹਾਂ। ਅੱਗੇ ਨੈਕਸਟ ਕੁਐਸਚਨ ਹੈ ਬਹੁ ਫਸਲੀ ਵਿਧੀ ਕੀ ਹੈ, ਸਪਸ਼ਟ ਕਰੋ। ਦੇਖੋ ਬਹੁ ਫਸਲੀ ਵਿਧੀ ਕੀ ਹੁੰਦੀ ਹੈ? ਇੱਕ ਸਾਲ ਵਿੱਚ ਭੂਮੀ ਦੇ ਇੱਕ ਟੁਕੜੇ ਉੱਤੇ ਇੱਕ ਤੋਂ ਵੱਧ ਫਸਲਾਂ ਪੈਦਾ ਕਰਨ ਨੂੰ ਬਹੁ ਫਸਲੀ ਵਿਧੀ ਕਹਿੰਦੇ ਹਨ। ਭਾਵ ਕਿ ਇੱਕ ਸਾਲ ਵਿੱਚ ਇੱਕ ਭੂਮੀ ਦੇ ਟੁਕੜੇ 'ਤੇ ਇੱਕੋ ਵਾਰੀ ਇੱਕ ਤੋਂ ਵੱਧ ਫਸਲਾਂ ਪੈਦਾ ਕਰਨ ਦੀ ਕਿਰਿਆ ਨੂੰ ਜਾਂ ਵਿਧੀ ਨੂੰ ਆਪਾਂ ਬਹੁ ਫਸਲੀ ਵਿਧੀ ਕਹਿੰਦੇ ਹਾਂ। ਇਹ ਭੂਮੀ ਦੇ ਇੱਕ ਟੁਕੜੇ 'ਤੇ ਉਪਜ ਵਧਾਉਣ ਲਈ ਸਭ ਤੋਂ ਪ੍ਰਚਲਿਤ ਪ੍ਰਣਾਲੀ ਹੈ। ਭਾਵ ਕਿ ਇਹ ਭੂਮੀ ਦੇ ਇੱਕ ਟੁਕੜੇ 'ਤੇ ਉਤਪਾਦਨ ਵਧਾਉਣ ਲਈ ਸਭ ਤੋਂ ਸਧਾਰਨ ਤਰੀਕਾ ਹੈ। ਮਤਲਬ ਕਿ ਇਸ ਨਾਲ ਆਪਾਂ ਭੂਮੀ ਦੇ ਇੱਕ ਟੁਕੜੇ 'ਤੇ ਉਤਪਾਦਨ ਵਧਾ ਸਕਦੇ ਹਾਂ। ਦੇਖੋ ਅਜਿਹਾ ਬਿਜਲੀ ਨਾਲ ਚੱਲਣ ਵਾਲੇ ਟਿਊਬਵੈੱਲ ਅਤੇ ਕਿਸਾਨਾਂ ਨੂੰ ਨਿਰੰਤਰ ਦਿੱਤੀ ਜਾਣ ਵਾਲੀ ਬਿਜਲੀ ਕਰਕੇ ਸੰਭਵ ਹੋਇਆ ਹੈ। ਮਤਲਬ ਕਿ ਜਿਹੜੀ ਬਹੁ ਫਸਲੀ ਵਿਧੀ ਆ ਇਹ ਕਿਉਂ ਸੰਭਵ ਹੋਈ ਆ? ਕਿਉਂਕਿ ਬਿਜਲੀ ਨਾਲ ਚੱਲਣ ਵਾਲੇ ਜਿਹੜੇ ਟਿਊਬਵੈੱਲ ਆ ਮਤਲਬ ਕਿ ਉਸ ਨਾਲ ਕਿਸਾਨਾਂ ਨੂੰ ਸਿੰਚਾਈ ਦੀਆਂ ਸਹੂਲਤਾਂ ਲਗਾਤਾਰ ਮਿਲ ਰਹੀਆਂ ਹਨ ਅਤੇ ਕਿਸਾਨਾਂ ਨੂੰ ਨਿਰੰਤਰ ਦਿੱਤੀ ਜਾਣ ਵਾਲੀ ਬਿਜਲੀ ਮਤਲਬ ਕਿ ਜਿਨ੍ਹਾਂ ਕਰਕੇ ਇਹ ਜਿਹੜੀ ਬਹੁ ਫਸਲੀ ਵਿਧੀ ਆ ਉਹ ਸਫਲ ਹੋਈ ਹੈ। ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਕਿਸਾਨਾਂ ਨੂੰ ਸਾਰਾ ਸਾਲ ਸਿੰਚਾਈ ਦੀਆਂ ਸੁਵਿਧਾਵਾਂ ਮਿਲਣ ਕਰਕੇ ਇਹ ਬਹੁ ਫਸਲੀ ਵਿਧੀ ਕਾਫੀ ਕਾਮਯਾਬ ਹੋਈ ਹੈ। ਮਤਲਬ ਕਿ ਬਹੁ ਫਸਲੀ ਜਿਹੜੀ ਵਿਧੀ ਆ ਕਿਸਾਨ ਤਾਂ ਹੀ ਅਪਣਾ ਸਕਦਾ ਹੈ ਜੇ ਉਸ ਨੂੰ ਸਾਰਾ ਸਾਲ ਬਿਜਲੀ ਅਤੇ ਸਿੰਚਾਈ ਦੀ ਸਹੂਲਤ ਮਿਲਦੀ ਰਹੇ। ਅੱਗੇ ਨੈਕਸਟ ਕੁਐਸਚਨ ਹੈ ਹਰੀ ਕ੍ਰਾਂਤੀ ਤੋਂ ਕੀ ਭਾਵ ਹੈ, ਇਹ ਕਿਵੇਂ ਸੰਭਵ ਹੋਈ? ਦੇਖੋ ਹਰੀ ਕ੍ਰਾਂਤੀ ਕੀ ਹੈ? ਦੇਖੋ ਹਰੀ ਕ੍ਰਾਂਤੀ ਤੋਂ ਭਾਵ ਖੇਤੀ ਉਤਪਾਦਨ ਵਿਸ਼ੇਸ਼ ਕਰਕੇ ਕਣਕ ਚਾਵਲ ਦੇ ਉਤਪਾਦਨ ਵਿੱਚ ਹੋਣ ਵਾਲੇ ਉਸ ਭਾਰੀ ਵਾਧੇ ਤੋਂ ਹੈ। ਮਤਲਬ ਕਿ ਹਰੀ ਕ੍ਰਾਂਤੀ ਕੀ ਹੈ? ਮਤਲਬ ਕਿ ਖੇਤੀ ਉਤਪਾਦਨ ਵਿੱਚ ਹੋਣ ਵਾਲੇ ਵਾਧੇ ਤੋਂ ਹੈ। ਮਤਲਬ ਕਿ ਖਾਸ ਕਰਕੇ ਕਣਕ ਅਤੇ ਚਾਵਲ ਦੇ ਉਤਪਾਦਨ ਵਿੱਚ ਹੋਣ ਵਾਲੇ ਭਾਰੀ ਵਾਧੇ ਤੋਂ ਹੈ। ਇਸ ਪ੍ਰਕਾਰ ਅਸੀਂ ਖੇਤੀ ਉਤਪਾਦਨ ਵਿੱਚ ਹੋਣ ਵਾਲੇ ਭਾਰੀ ਵਾਧੇ ਖਾਸ ਕਰਕੇ ਕਣਕ ਅਤੇ ਚਾਵਲ ਦੇ ਉਤਪਾਦਨ ਵਿੱਚ ਹੋਣ ਵਾਲੇ ਭਾਰੀ ਵਾਧੇ ਨੂੰ ਆਪਾਂ ਹਰੀ ਕ੍ਰਾਂਤੀ ਦਾ ਨਾਂ ਦਿੰਦੇ ਹਾਂ। ਮਤਲਬ ਕਿ ਇਹ ਜਿਹੜੀ ਹਰੀ ਕ੍ਰਾਂਤੀ ਹੈ ਕਿਵੇਂ ਸੰਭਵ ਹੋਈ? ਦੇਖੋ ਜੋ ਖੇਤੀ ਵਿੱਚ ਵਧੇਰੇ ਉਪਜ ਵਾਲੇ ਬੀਜਾਂ, ਖਾਦਾਂ ਅਤੇ ਨਵੀਆਂ ਤਕਨੀਕਾਂ ਨੂੰ ਅਪਣਾਉਣ ਕਰਕੇ ਹੋਇਆ। ਖੇਤੀ ਉਤਪਾਦਨ ਵਿੱਚ ਜਿਹੜਾ ਵਾਧਾ ਹੋਇਆ ਦੇਖੋ ਇਹ ਕਿਉਂ ਹੋਇਆ? ਦੇਖੋ ਵਧੇਰੇ ਉਪਜ ਵਾਲੇ ਬੀਜਾਂ ਮਤਲਬ ਕਿ ਆਪਾਂ ਇੱਦਾਂ ਦੇ ਬੀਜ ਵਰਤੇ ਜਿੰਨਾ ਖੇਤੀ ਦਾ ਉਤਪਾਦਨ ਵੱਧ ਗਿਆ। ਖਾਦਾਂ ਦਾ ਆਪਾਂ ਪ੍ਰਯੋਗ ਕੀਤਾ ਅਤੇ ਨਵੀਆਂ ਤਕਨੀਕਾਂ ਦਾ ਪ੍ਰਯੋਗ ਕਰਕੇ ਜਿਹੜਾ ਖੇਤੀ ਦਾ ਉਤਪਾਦਨ ਵੱਧ ਗਿਆ ਅਤੇ ਉਤਪਾਦਨ ਵਧਣ ਕਰਕੇ ਹੀ ਹਰੀ ਕ੍ਰਾਂਤੀ ਸੰਭਵ ਹੋ ਸਕੀ। ਮਤਲਬ ਕਿ ਜਿਹੜੀ ਹਰੀ ਕ੍ਰਾਂਤੀ ਕਿਵੇਂ ਆਈ? ਨਵੀਆਂ ਤਕਨੀਕਾਂ, ਨਵੇਂ ਬੀਜ ਅਤੇ ਨਵੀਆਂ ਖਾਦਾਂ ਦਾ ਪ੍ਰਯੋਗ ਕਰਕੇ
ਹਰੀ ਕ੍ਰਾਂਤੀ ਸੰਭਵ ਹੋ ਸਕੀ। ਦੇਖੋ ਹਰੀ ਕ੍ਰਾਂਤੀ ਤੋਂ ਭਾਵ ਕਿ ਖੇਤੀ ਉਤਪਾਦਨ ਵਿੱਚ ਹੋਣ ਵਾਲੇ ਉਸ ਭਾਰੀ ਵਾਧੇ ਤੋਂ ਹੈ ਜੋ ਖੇਤੀ ਦੀ ਨਵੀਂ ਨੀਤੀ ਜਾਂ ਨਵੀਆਂ ਤਕਨੀਕਾਂ ਅਪਣਾਉਣ ਕਰਕੇ ਹੀ ਸੰਭਵ ਹੋ ਸਕੀ। ਅੱਗੇ ਦੇਖੋ ਨੈਕਸਟ ਕੁਐਸਚਨ ਹੈ ਕਿਰਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਕਿਹੜੀਆਂ ਹਨ। ਦੇਖੋ ਕਿਰਤ ਦੀਆਂ ਕਿਹੜੀਆਂ ਮੁੱਖ ਵਿਸ਼ੇਸ਼ਤਾ ਹਨ। ਦੇਖੋ ਪਹਿਲੀ ਵਿਸ਼ੇਸ਼ਤਾ ਹੈ ਕਿਰਤ ਇੱਕ ਕਿਰਿਆਸ਼ੀਲ ਸਾਧਨ ਹੈ। ਕਿਰਿਆਸ਼ੀਲ ਤੋਂ ਭਾਵ ਕਿ ਸਰਗਰਮ ਸਾਧਨ ਹੈ, ਮਤਲਬ ਕਿ ਕਿਰਤ ਦੀ ਲੋੜ ਸਾਨੂੰ ਹਮੇਸ਼ਾ ਹੀ ਰਹਿੰਦੀ ਹੈ, ਭਾਵ ਕਿ ਕੋਈ ਵੀ ਕੰਮ ਕਿਰਤ ਤੋਂ ਬਗੈਰ ਨਹੀਂ ਹੋ ਸਕਦਾ। ਅੱਗੇ ਨੈਕਸਟ ਪੁਆਇੰਟ ਹੈ ਕਿਰਤ ਦੀ ਪੂਰਤੀ ਨੂੰ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ। ਮਤਲਬ ਕਿ ਕਿਰਤ ਦੀ ਜਿਹੜੀ ਪੂਰਤੀ ਹੈ, ਮਤਲਬ ਕਿ ਕਿਰਤ ਨੂੰ ਕਿਸੇ ਕੰਮ ਵਾਸਤੇ ਆਪਾਂ ਘਟਾ ਵੀ ਸਕਦੇ ਹਾਂ ਅਤੇ ਵਧਾ ਵੀ ਸਕਦੇ ਹਾਂ। ਮਤਲਬ ਕਿ ਕਿਸੇ ਕੰਮ ਵਾਸਤੇ ਘੱਟ ਕਿਰਤ ਦੀ ਲੋੜ ਹੈ, ਕਿਸੇ ਕੰਮ ਵਾਸਤੇ ਜ਼ਿਆਦਾ ਕਿਰਤ ਦੀ ਲੋੜ ਹੁੰਦੀ ਹੈ, ਇਸ ਲਈ ਆਪਾਂ ਇਸ ਦੀ ਪੂਰਤੀ ਨੂੰ ਘਟਾ ਵਧਾ ਸਕਦੇ ਹਾਂ। ਅੱਗੇ ਨੈਕਸਟ ਪੁਆਇੰਟ ਹੈ ਭਾਰਤ ਵਿੱਚ ਕਿਰਤੀਆਂ ਦੀ ਜਨਸੰਖਿਆ ਵੱਧ ਹੈ। ਮਤਲਬ ਕਿ ਜਿਹੜਾ ਸਾਡਾ ਭਾਰਤ ਦੇਸ਼ ਹੈ ਇਹਦੇ ਵਿੱਚ ਕੰਮ ਕਰਨ ਵਾਲਿਆਂ ਦੀ ਜਨਸੰਖਿਆ ਬਹੁਤ ਜ਼ਿਆਦਾ ਹੈ। ਅੱਗੇ ਨੈਕਸਟ ਪੁਆਇੰਟ ਹੈ ਕਿਰਤ ਨੂੰ ਖਰੀਦਿਆ ਜਾਂ ਵੇਚਿਆ ਜਾਂਦਾ ਹੈ, ਭਾਵ ਕਿ ਇੱਕ ਮਜ਼ਦੂਰ ਆਪਣੀ ਕਿਰਤ ਨੂੰ ਆਪਣੇ ਮਾਲਕ ਕੋਲ ਵੇਚ ਦਿੰਦਾ ਹੈ ਅਤੇ ਇੱਕ ਮਾਲਕ ਉਸ ਮਜ਼ਦੂਰ ਦੀ ਕਿਰਤ ਨੂੰ ਖਰੀਦ ਲੈਂਦਾ ਹੈ, ਭਾਵ ਕਿ ਜਿਹੜੀ ਕਿਰਤ ਆ ਉਸ ਨੂੰ ਖਰੀਦਿਆ ਅਤੇ ਵੇਚਿਆ ਜਾਂਦਾ ਹੈ। ਅੱਗੇ ਨੈਕਸਟ ਪੁਆਇੰਟ ਹੈ ਕਿਰਤ ਗਤੀਸ਼ੀਲ ਹੈ। ਗਤੀਸ਼ੀਲਤਾ ਤੋਂ ਭਾਵ ਕਿ ਜਿਹੜੀ ਕਿਰਤ ਵਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾ ਸਕਦੀ ਹੈ, ਮਤਲਬ ਕਿ ਕਿਰਤ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲਿਜਾਇਆ ਜਾ ਸਕਦਾ ਹੈ, ਭਾਵ ਕਿ ਕੰਮ ਕਰਨ ਵਾਲਾ ਇੱਕ ਜਗ੍ਹਾ ਦਾ ਹੀ ਕੰਮ ਨਹੀਂ ਕਰਦਾ, ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਵੀ ਕੰਮ ਕਰ ਸਕਦਾ ਹੈ। ਇਸ ਲਈ ਜਿਹੜੀ ਕਿਰਤ ਹੈ ਉਸਨੂੰ ਗਤੀਸ਼ੀਲ ਮੰਨਿਆ ਗਿਆ ਹੈ। ਅੱਜ ਆਪਾਂ ਅਰਥ ਸ਼ਾਸਤਰ ਦੇ ਲੈਸਨ ਪਹਿਲੇ ਇੱਕ ਪਿੰਡ ਦੀ ਕਹਾਣੀ ਦੇ ਬਾਰੇ ਪੜ੍ਹਿਆ। ਇਸ ਦੇ ਵੈਰੀ ਸ਼ੋਰਟ ਕੁਐਸਚਨ ਆਨਸਰ ਅਤੇ ਸ਼ੋਰਟ ਕੁਐਸਚਨ ਆਨਸਰ ਵੀ ਰੀਡ ਕੀਤੇ। ਤੁਸੀਂ ਇਹਨਾਂ ਕੁਐਸਚਨਾਂ ਨੂੰ ਧਿਆਨ ਨਾਲ ਸੁਣਨਾ ਅਤੇ ਸਮਝਣਾ ਹੈ ਅਤੇ ਆਪਣਾ ਜਿਹੜਾ ਪੈਂਡਿੰਗ ਕੰਮ ਆ ਉਸ ਨੂੰ ਵੀ ਕੰਪਲੀਟ ਕਰਨਾ ਹੈ। ਥੈਂਕਸ ਐਂਡ ਹੈਵ ਏ ਨਾਈਸ ਡੇ।